ਐਵਟੋਮੈਟ ਕਲਾਸ਼ਨੀਕੋਵਾ 1947। ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ AK-47 ਦਾ ਨਾਮ ਤਾਂ ਤੁਸੀਂ ਸਭ ਨੇ ਸੁਣਿਆ ਹੀ ਹੋਵੇਗਾ। AK-47 ਅੱਜ ਦੀ ਤਰੀਕ ਵਿੱਚ ਲਗਭਗ 106 ਦੇਸ਼ਾਂ ਦੇ ਵਿੱਚ ਵਰਤੀ ਜਾਣ ਵਾਲੀ ਰਾਈਫਲ ਹੈ। ਦਰਅਸਲ ਇਹ ਕਹਾਣੀ ਰਸ਼ੀਆ ਦੇ ਵਿੱਚ ਰਹਿਣ ਵਾਲੇ ਇੱਕ ਆਮ ਜਿਹੇ ਲੜਕੇ ਦੀ ਹੈ ਜਿਸ ਦਾ ਨਾਮ ਮਿਥਾਈਲ ਕਲਾਸ਼ਨੀਕੋਵਾ ਸੀ। ਮਿਥਾਈਲ ਪੜ੍ਹਾਈ ਲਿਖਾਈ ਦੇ ਵਿੱਚ ਤਾਂ ਬਹੁਤਾ ਹੁਸ਼ਿਆਰ ਨਹੀਂ ਸੀ, ਪਰ ਉਸ ਨੂੰ ਸ਼ੁਰੂ ਤੋਂ ਹੀ ਅਸਲੇ ਬੰਦੂਕਾਂ ਬਣਾ ਕੇ ਉਹਨਾਂ ਨਾਲ ਖੇਡਣ ਦਾ ਬਹੁਤ ਸ਼ੌਂਕ ਸੀ ਅਤੇ ਉਸ ਦਾ ਇਹੀ ਸ਼ੌਂਕ ਤੇ ਜਜ਼ਬਾ AK-47 ਦੇ ਰੂਪ ਵਿੱਚ ਕਿਵੇਂ ਉੱਭਰ ਕੇ ਆਉਂਦਾ ਹੈ, ਅੱਗੇ ਅਸੀਂ ਕਹਾਣੀ ਦੇ ਵਿੱਚ ਵੇਖਾਂਗੇ। ਬਿਨਾਂ ਤੁਹਾਡਾ ਟਾਈਮ ਵੇਸਟ ਕੀਤੇ ਕਹਾਣੀ ਸ਼ੁਰੂ ਕਰਦੇ ਹਾਂ। ਮਿਥਾਈਲ ਬਚਪਨ ਤੋਂ ਹੀ ਲੋਹੇ ਲੱਕੜ ਦੀਆਂ ਬੰਦੂਕਾਂ ਬਣਾ ਕੇ ਉਹਨਾਂ ਨਾਲ ਖੇਡਦਾ ਰਹਿੰਦਾ ਸੀ। ਮਿਥਾਈਲ ਵੱਡਾ ਹੋਇਆ ਤਾਂ 1941 ਜਰਮਨੀ ਤੇ ਰਸ਼ੀਆ ਦੇ ਵਿਚਕਾਰ ਵਰਲਡ ਵਾਰ 2 ਸ਼ੁਰੂ ਹੋ ਚੁੱਕੀ ਸੀ। ਦੋਨੋਂ ਦੇਸ਼ਾਂ ਵਿੱਚ ਜ਼ਬਰਦਸਤ ਗੋਲਾਬਾਰੀ ਹੋ ਰਹੀ ਸੀ। ਦੇਖਦੇ ਹੀ ਦੇਖਦੇ ਜਰਮਨੀ ਦੇ ਟੈਂਕ ਰਸ਼ੀਆ ਦੇ ਇੱਕ ਟੈਂਕ ਨੂੰ ਘੇਰ ਲੈਂਦੇ ਹਨ ਅਤੇ ਉਸ 'ਤੇ ਹਮਲਾ ਕਰ ਦਿੰਦੇ ਹਨ। ਹਮਲੇ ਕਾਰਨ ਟੈਂਕ ਵਿੱਚ ਮੌਜੂਦ 6 ਜਵਾਨਾਂ ਵਿੱਚੋਂ 5 ਜਵਾਨ ਸ਼ਹੀਦ ਹੋ ਜਾਂਦੇ ਹਨ ਅਤੇ ਇੱਕ ਜਵਾਨ ਖੁਸ਼ਕਿਸਮਤੀ ਨਾਲ ਬਚ ਜਾਂਦਾ ਹੈ ਜੋ ਕਿ ਮਿਥਾਈਲ ਸੀ। ਮਿਥਾਈਲ ਬਚ ਤਾਂ ਜਾਂਦਾ ਹੈ ਪਰ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਮਿਥਾਈਲ ਨੂੰ ਹੋਸ਼ ਆਉਂਦਾ ਹੈ ਤਾਂ ਉਹ ਆਪਣੇ ਆਪ ਨੂੰ ਇੱਕ ਹਸਪੀਟਲ ਦੇ ਵਿੱਚ ਪਾਉਂਦਾ ਹੈ ਜਿੱਥੇ ਉਸ ਦਾ ਅਤੇ ਹੋਰ ਜ਼ਖਮੀ ਜਵਾਨਾਂ ਦਾ ਇਲਾਜ ਹੋ ਰਿਹਾ ਹੁੰਦਾ ਹੈ। ਇਲਾਜ ਹੋਣ ਤੋਂ ਬਾਅਦ ਉਹ ਸਾਰੇ ਜਵਾਨਾਂ ਨੂੰ ਟਰੱਕ ਵਿੱਚ ਬਿਠਾ ਕੇ ਘਰ ਛੱਡਣ ਜਾ ਰਹੇ ਹੁੰਦੇ ਹਨ। ਰਸਤੇ ਵਿੱਚ ਉਹਨਾਂ ਦਾ ਟਰੱਕ ਫਸ ਜਾਂਦਾ ਹੈ ਅਤੇ ਸਾਰੇ ਜਵਾਨ ਉਤਰ ਕੇ ਇਸ ਟਰੱਕ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਟਰੱਕ ਕੱਢਣ ਵਿੱਚ ਅਸਫਲ ਹੁੰਦੇ ਹਨ। ਫਿਰ ਮਿਥਾਈਲ ਅਤੇ ਉਸ ਦਾ ਕਮਾਂਡਰ ਆਸ-ਪਾਸ ਦੇ ਇਲਾਕਿਆਂ ਵਿੱਚੋਂ ਮਦਦ ਮੰਗਣ ਦੀ ਸੋਚਦੇ ਹਨ। ਮਦਦ ਮੰਗਣ ਜਾਣ ਤੋਂ ਪਹਿਲਾਂ ਕਮਾਂਡਰ ਮਿਥਾਈਲ ਨੂੰ ਇੱਕ ਪਿਸਟਲ ਤੇ ਆਪ ਮਸ਼ੀਨ ਗਨ ਚੁੱਕ ਲੈਂਦਾ ਹੈ। ਇਹਨਾਂ ਦੋਨਾਂ ਦੇ ਆਉਣ ਦੀ ਭਣਕ ਉੱਥੇ ਰਹਿੰਦੇ ਜਰਮਨੀਆਂ ਨੂੰ ਲੱਗ ਜਾਂਦੀ ਹੈ ਤੇ ਉਹ ਇਹਨਾਂ ਨੂੰ ਘੇਰ ਲੈਂਦੇ ਹਨ। ਕਮਾਂਡਰ ਚੁਸਤੀ ਨਾਲ 2 ਜਰਮਨੀਆਂ ਨੂੰ ਮਾਰ ਦਿੰਦਾ ਹੈ, ਪਰ ਜਦੋਂ ਤੀਜੇ ਨੂੰ ਮਾਰਨ ਲੱਗਦਾ ਹੈ ਤਾਂ ਉਸ ਦੀ ਬੰਦੂਕ ਅਟਕ ਜਾਂਦੀ ਹੈ। ਕਮਾਂਡਰ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ, ਉਸ ਨੂੰ ਗੋਲੀ ਲੱਗ ਜਾਂਦੀ ਹੈ। ਫਿਰ ਮਿਥਾਈਲ ਗੋਲੀ ਚਲਾਉਂਦਾ ਹੈ ਅਤੇ ਜਰਮਨੀਆਂ ਨੂੰ ਮਾਰ ਗਿਰਾਉਂਦਾ ਹੈ। ਕਮਾਂਡਰ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਗੋਲੀਆਂ ਦੀ ਆਵਾਜ਼ ਸ਼ਾਂਤ ਹੋਣ ਤੇ ਇਲਾਕੇ ਦੇ ਲੋਕ ਬਾਹਰ ਆ ਕੇ ਉਹਨਾਂ ਦੋਨਾਂ ਦੀ ਮਦਦ ਕਰਦੇ ਹਨ ਅਤੇ ਘੋੜੇ ਉੱਤੇ ਉਹਨਾਂ ਨੂੰ ਟਰੱਕ ਤੱਕ ਪਹੁੰਚਾਉਂਦੇ ਹਨ। ਰਸਤੇ ਵਿੱਚ ਮਿਥਾਈਲ ਉਸ ਬੰਦੂਕ ਨੂੰ ਖੋਲ੍ਹ ਕੇ ਦੇਖਦਾ ਹੈ ਤੇ ਸੋਚਣ ਲੱਗ ਜਾਂਦਾ ਹੈ ਕਿ ਅਸਲ ਵਿੱਚ ਇਹ ਬੰਦੂਕ ਅਟਕ ਕਿਵੇਂ ਗਈ ਸੀ। ਕਾਫੀ ਸਮਾਂ ਦੇਖਣ ਤੋਂ ਬਾਅਦ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਪਾਣੀ ਪੈਣ ਕਾਰਨ ਇਹ ਬੰਦੂਕ ਅਟਕ ਗਈ ਸੀ। ਮਿਥਾਈਲ ਸੋਚਣ ਲੱਗ ਜਾਂਦਾ ਹੈ ਕਿ ਇਸ ਬੰਦੂਕ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾਵੇ। ਫਿਰ ਉਹਨਾਂ ਨੂੰ ਇੱਕ ਟ੍ਰੇਨ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਜੋ ਉਹਨਾਂ ਨੂੰ ਆਪੋ ਆਪਣੇ ਘਰ ਤੱਕ ਲੈ ਕੇ ਜਾਏਗੀ। ਉੱਥੇ ਹੀ ਮਿਥਾਈਲ ਦੀ ਇੱਕ ਜਵਾਨ ਨਾਲ ਗੱਲਬਾਤ ਹੁੰਦੀ ਹੈ। ਗੱਲਾਂ ਬਾਤਾਂ ਵਿੱਚ ਮਿਥਾਈਲ ਦੱਸਦਾ ਹੈ ਕਿ ਉਸਨੇ ਇੱਕ ਬੰਦੂਕ ਦਾ ਡਿਜ਼ਾਈਨ ਬਣਾਇਆ ਹੈ ਜਿਸ ਨੂੰ ਉਹ ਅਸਲ ਦੇ ਵਿੱਚ ਬਣਾ ਕੇ ਹੀ ਦਮ ਲਵੇਗਾ। ਮਿਥਾਈਲ ਨੂੰ ਬਚਪਨ ਤੋਂ ਹੀ ਬੰਦੂਕਾਂ ਬਣਾ ਕੇ ਖੇਡਣ ਦਾ ਬਹੁਤ ਸ਼ੌਂਕ ਸੀ ਅਤੇ ਉਸ ਨੂੰ ਯਕੀਨ ਸੀ ਕਿ ਉਹ ਇੱਕ ਦਿਨ ਜ਼ਰੂਰ ਆਪਣੀ ਡਿਜ਼ਾਈਨ ਕੀਤੀ ਹੋਈ ਬੰਦੂਕ ਬਣਾਏਗਾ। ਗੱਲਬਾਤ ਦੇ ਦੌਰਾਨ ਮਿਥਾਈਲ ਨੂੰ ਇੱਕ ਮੈਟਰ ਨਾਮ ਦਾ ਸਟੇਸ਼ਨ ਦਿਖਾਈ ਦਿੰਦਾ ਹੈ। ਦਰਅਸਲ ਇਹ ਉਹ ਸ਼ਹਿਰ ਸੀ ਜਿੱਥੇ ਬੰਦੂਕਾਂ ਦਾ ਕਾਰੋਬਾਰ ਕੀਤਾ ਜਾਂਦਾ ਸੀ ਤੇ ਹਰ ਤਰ੍ਹਾਂ ਦੀ ਬੰਦੂਕ ਬਣਾਈ ਜਾਂਦੀ ਸੀ। ਮਿਥਾਈਲ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਘਰ ਜਾਣ ਦੀ ਬਜਾਏ ਉੱਥੇ ਹੀ ਉਤਰ ਜਾਂਦਾ ਹੈ ਤੇ ਸਿੱਧਾ ਬੰਦੂਕਾਂ ਦੇ ਕਾਰਖਾਨੇ ਵਿੱਚ ਚਲਾ ਜਾਂਦਾ ਹੈ। ਮਿਥਾਈਲ ਕਾਰਖਾਨੇ ਵਿੱਚ ਜਾ ਕੇ ਉੱਥੋਂ ਦੇ ਇੱਕ ਸੀਨੀਅਰ ਅਫਸਰ ਨੂੰ ਆਪਣੀ ਬੰਦੂਕ ਦਾ ਡਿਜ਼ਾਈਨ ਵਿਖਾਉਂਦਾ ਹੈ। ਸੀਨੀਅਰ ਅਫਸਰ ਉਸ 'ਤੇ ਯਕੀਨ ਨਹੀਂ ਕਰਦਾ ਕਿ ਇੱਕ ਘੱਟ ਪੜ੍ਹਿਆ ਲਿਖਿਆ ਆਮ ਜਿਹਾ ਲੜਕਾ ਇਸ ਤਰ੍ਹਾਂ ਦੀ ਬੰਦੂਕ ਕਿਵੇਂ ਬਣਾ ਸਕਦਾ ਹੈ। ਮਿਥਾਈਲ ਨਿਰਾਸ਼ ਹੋ ਕੇ ਸਟੇਸ਼ਨ 'ਤੇ ਵਾਪਸ ਆ ਜਾਂਦਾ ਹੈ ਅਤੇ ਆਪਣੇ ਜਨਰਲ ਅਫਸਰ ਨੂੰ ਆਪਣੇ ਡਿਜ਼ਾਈਨ ਵਿਖਾਉਂਦਾ ਹੈ ਅਤੇ ਉਸ ਨੂੰ ਬੇਨਤੀ ਕਰਦਾ ਹੈ ਕਿ ਉਸ ਨੂੰ ਉਸ ਕਾਰਖਾਨੇ ਵਿੱਚ ਕੰਮ ਕਰਨ ਦਿੱਤਾ ਜਾਵੇ। ਜਨਰਲ ਮਿਥਾਈਲ ਦੀ ਲਗਨ ਦੇਖ ਕੇ ਉਸ ਨੂੰ ਪਰਮਿਸ਼ਨ ਦੇ ਦਿੰਦਾ ਹੈ ਅਤੇ ਆਪਣੇ ਹੱਥ ਦਾ ਲਿਖਿਆ ਇੱਕ ਲੈਟਰ ਦਿੰਦਾ ਹੈ ਜਿਸ ਨਾਲ ਉਸ ਨੂੰ ਉਸ ਕਾਰਖਾਨੇ ਵਿੱਚ ਕੰਮ ਕਰਨ ਲਈ ਕੋਈ ਵੀ ਰੋਕ ਨਹੀਂ ਸਕਦਾ। ਮਿਥਾਈਲ ਪੂਰੀ ਲਗਨ ਨਾਲ ਬੰਦੂਕ ਬਣਾਉਣੀ ਸ਼ੁਰੂ ਕਰ ਦਿੰਦਾ ਹੈ, ਪਰ ਉਸ ਦੀ ਖੱਬੀ ਬਾਂਹ 'ਤੇ ਸੱਟ ਲੱਗੀ ਹੋਣ ਕਾਰਨ ਉਸ ਨੂੰ ਕਾਫੀ ਤਕਲੀਫ ਹੋ ਰਹੀ ਸੀ, ਪਰ ਫਿਰ ਵੀ ਉਹ ਰੁਕਿਆ ਨਹੀਂ। ਉਸ ਦੀ ਮਿਹਨਤ ਤੇ ਲਗਨ ਦੇਖ ਕੇ ਉਸ ਦੇ ਆਸੇ-ਪਾਸੇ ਕੰਮ ਕਰਨ ਵਾਲੇ ਵਰਕਰ ਉਸ ਦੀ ਮਦਦ ਕਰਨ ਲੱਗ ਪਏ। ਕੁਝ ਦਿਨਾਂ ਵਿੱਚ ਹੀ ਮਿਥਾਈਲ ਦੀ ਮਿਹਨਤ ਦਾ ਨਤੀਜਾ ਬੰਦੂਕ ਬਣ ਕੇ ਤਿਆਰ ਹੋ ਗਈ ਤੇ ਮਿਥਾਈਲ
ਉਸ ਨੂੰ ਟੈਸਟ ਕਰਨ ਲਈ ਲੈ ਗਿਆ। ਟੈਸਟ ਕਰਨ ਤੋਂ ਬਾਅਦ ਆਸ-ਪਾਸ ਦੇ ਲੋਕ ਉਸ ਬੰਦੂਕ ਦੀ ਕਾਫੀ ਤਾਰੀਫ ਕਰਦੇ ਹਨ। ਮਿਖਾਇਲ ਸੋਚਦਾ ਹੈ ਕਿ ਇਹ ਬੰਦੂਕ ਕਿਸੇ ਸੀਨੀਅਰ ਅਫਸਰ ਨੂੰ ਲਿਜਾ ਕੇ ਦਿਖਾਈ ਜਾਵੇ। ਉੱਥੋਂ ਦੇ ਕਰਮਚਾਰੀਆਂ ਦੇ ਮਿਖਾਇਲ ਦੇ ਅਫਸਰ ਨੂੰ ਮਿਲਣ ਦੇ ਕਾਰਨ ਪੁੱਛਣ 'ਤੇ ਮਿਖਾਇਲ ਉਹਨਾਂ ਨੂੰ ਜਦੋਂ ਬੰਦੂਕ ਦਿਖਾਉਂਦਾ ਹੈ ਤਾਂ ਉਹ ਸੋਚਦੇ ਹਨ ਕਿ ਮਿਖਾਇਲ ਕੁਝ ਗਲਤ ਕਰਨ ਆਇਆ ਹੈ ਅਤੇ ਉਸ ਤੋਂ ਬੰਦੂਕ ਖੋਹ ਕੇ ਉਸ ਨੂੰ ਬਾਹਰ ਕੱਢ ਦਿੰਦੇ ਹਨ। ਜਦੋਂ ਸੀਨੀਅਰ ਅਫਸਰ ਉਸ ਬੰਦੂਕ ਨੂੰ ਦੇਖਦਾ ਹੈ ਤਾਂ ਉਸ ਨੂੰ ਬੰਦੂਕ ਕਾਫੀ ਪਸੰਦ ਆਉਂਦੀ ਹੈ ਅਤੇ ਉਹ ਮਿਖਾਇਲ ਨੂੰ ਬੁਲਾਉਣ ਲਈ ਕਹਿੰਦਾ ਹੈ। ਮਿਖਾਇਲ ਅੰਦਰ ਆਉਂਦਾ ਹੈ ਤਾਂ ਅਫਸਰ ਉਸ ਨੂੰ ਕਹਿੰਦਾ ਹੈ ਕਿ ਉਸ ਦੀ ਬਣਾਈ ਬੰਦੂਕ ਉਸ ਨੂੰ ਕਾਫੀ ਪਸੰਦ ਆਈ ਹੈ, ਪਰ ਉਸ ਨੂੰ ਇਸ ਬੰਦੂਕ ਵਿੱਚ ਕੁਝ ਬਦਲਾਅ ਕਰਨੇ ਪੈਣਗੇ ਅਤੇ ਮਿਖਾਇਲ ਨੂੰ ਇਹ ਵੀ ਕਹਿੰਦਾ ਹੈ ਕਿ ਤੂੰ ਬੰਦੂਕਾਂ ਦੇ ਕੰਪੀਟੀਸ਼ਨ ਵਿੱਚ ਹਿੱਸਾ ਲੈ ਅਤੇ ਆਪਣੀ ਬੰਦੂਕ ਨੂੰ ਉੱਥੇ ਟੈਸਟ ਕਰ। ਮਿਖਾਇਲ ਇਸ ਗੱਲ ਨੂੰ ਮੰਨ ਜਾਂਦਾ ਹੈ ਅਤੇ ਤਿਆਰੀ ਸ਼ੁਰੂ ਕਰ ਦਿੰਦਾ ਹੈ। ਛੋਟੇ ਜਿਹੇ ਟੈਸਟ ਦੇਣ ਤੋਂ ਬਾਅਦ ਮਿਖਾਇਲ ਉਸ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਲਈ ਰੈਡੀ ਹੋ ਜਾਂਦਾ ਹੈ, ਪਰ ਮਿਖਾਇਲ ਕੰਪੀਟੀਸ਼ਨ ਤੋਂ ਪਹਿਲਾਂ ਆਪਣੀ ਬੰਦੂਕ ਵਿੱਚ ਹੋਰ ਬਦਲਾਅ ਕਰਨੇ ਚਾਹੁੰਦਾ ਸੀ ਅਤੇ ਆਪਣੀ ਬੰਦੂਕ ਨੂੰ ਹੋਰ ਹਲਕੀ ਤੇ ਮਜ਼ਬੂਤ ਬਣਾਉਣਾ ਚਾਹੁੰਦਾ ਸੀ। ਬੰਦੂਕ ਵਿੱਚ ਕਾਫੀ ਬਦਲਾਅ ਕਰਨ ਤੋਂ ਬਾਅਦ ਮਿਖਾਇਲ ਉਸ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਲਈ ਤਿਆਰ ਸੀ। ਆਖਰ ਉਹ ਦਿਨ ਆ ਹੀ ਗਿਆ ਸੀ ਜਿਸ ਦਿਨ ਦਾ ਮਿਖਾਇਲ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਪਰ ਇੱਥੇ ਵੀ ਮਿਖਾਇਲ ਦੇ ਹੱਥ ਅਸਫਲਤਾ ਹੀ ਲੱਗਦੀ ਹੈ। ਮਿਖਾਇਲ ਨਿਰਾਸ਼ ਹੋ ਗਿਆ ਤੇ ਪੂਰੀ ਤਰ੍ਹਾਂ ਟੁੱਟ ਗਿਆ, ਪਰ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਵਾਪਸ ਜਾ ਕੇ ਬੰਦੂਕ ਦੇ ਵਿੱਚ ਬਦਲਾਅ ਕੀਤੇ ਅਤੇ ਇੱਕ ਵਾਰ ਫਿਰ 1943 ਵਿੱਚ ਉਸ ਕੰਪੀਟੀਸ਼ਨ ਵਿੱਚ ਦੁਬਾਰਾ ਹਿੱਸਾ ਲੈਂਦਾ ਹੈ, ਪਰ ਇਸ ਵਾਰ ਵੀ ਉਸਦੇ ਹੱਥ ਸਫਲਤਾ ਲੱਗਦੀ ਹੈ। ਹੋਰ ਤਾਂ ਹੋਰ ਮਿਖਾਇਲ ਨੂੰ ਇਹ ਕਹਿ ਕੇ ਕੰਪੀਟੀਸ਼ਨ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਵੀ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੈ ਤੇ ਉਹ ਮੈਂਟਲੀ ਡਿਸੇਬਲ ਹੈ। ਮਿਖਾਇਲ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ ਸੀ ਤੇ ਸੋਚਣ ਲੱਗ ਪਿਆ ਕਿ ਕਿਵੇਂ ਇਹ ਕੰਪੀਟੀਸ਼ਨ ਜਿੱਤਿਆ ਜਾਵੇ। ਇਸ ਸਭ ਦੌਰਾਨ ਮਿਖਾਇਲ ਆਪਣੀ ਇੱਕ ਦੋਸਤ ਨੂੰ ਮਿਲਣ ਜਾਂਦਾ ਹੈ। ਉਸ ਦੇ ਘਰ ਜਦੋਂ ਮਿਖਾਇਲ ਬੈਠ ਕੇ ਖਾਣਾ ਖਾ ਰਿਹਾ ਹੁੰਦਾ ਹੈ ਤਾਂ ਅਚਾਨਕ ਬਾਹਰੋਂ ਇੱਕ ਆਵਾਜ਼ ਆਉਂਦੀ ਹੈ। ਖਿੜਕੀ ਵਿੱਚੋਂ ਬਾਹਰ ਦੇਖਣ ਤੇ ਮਿਖਾਇਲ ਨੂੰ ਪਤਾ ਲੱਗਦਾ ਹੈ ਕਿ ਰਸ਼ੀਆ ਜੰਗ ਜਿੱਤ ਗਿਆ ਹੈ ਅਤੇ ਹੁਣ ਜੰਗ ਨਹੀਂ ਹੋਵੇਗੀ। ਜਿੱਥੇ ਸਾਰੇ ਖੁਸ਼ੀ ਮਨਾ ਰਹੇ ਸਨ, ਦੂਜੇ ਪਾਸੇ ਮਿਖਾਇਲ ਨੂੰ ਇਸ ਗੱਲ ਦੀ ਚਿੰਤਾ ਲੱਗ ਗਈ ਸੀ ਕਿ ਹੁਣ ਜੇ ਜੰਗ ਰੁਕ ਗਈ ਹੈ ਤਾਂ ਹੁਣ ਉਸ ਦੀ ਬੰਦੂਕ ਦੀ ਪ੍ਰੋਡਕਸ਼ਨ ਸਰਕਾਰ ਕਿਉਂ ਕਰੇਗੀ। ਇਹ ਸਵਾਲ ਲੈ ਕੇ ਮਿਖਾਇਲ ਕਮਾਂਡਰ ਕੋਲ ਜਾਂਦਾ ਹੈ ਤੇ ਕਮਾਂਡਰ ਦੱਸਦਾ ਹੈ ਕਿ ਹਲੇ ਜੰਗ ਨਹੀਂ ਰੁਕੀ ਹੈ, ਬਾਰਡਰ ਉੱਤੇ ਹਲੇ ਵੀ ਗੋਲਾਬਾਰੀ ਹੋ ਰਹੀ ਹੈ ਅਤੇ ਹਜੇ ਵੀ ਜੰਗ ਜਾਰੀ ਹੈ। ਇਸ ਲਈ ਉਹਨਾਂ ਨੂੰ ਹਜੇ ਵੀ ਹੋਰ ਮਜ਼ਬੂਤ ਅਤੇ ਹਲਕੀਆਂ ਬੰਦੂਕਾਂ ਦੀ ਜ਼ਰੂਰਤ ਹੈ ਅਤੇ ਅੱਗੇ ਜਾ ਕੇ ਵੀ ਸਾਨੂੰ ਇਹਨਾਂ ਬੰਦੂਕਾਂ ਦੀ ਲੋੜ ਪਵੇਗੀ। ਮਿਖਾਇਲ ਖੁਸ਼ ਹੋ ਜਾਂਦਾ ਹੈ ਤੇ ਬੰਦੂਕ 'ਤੇ ਦੁਬਾਰਾ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਮਿਖਾਇਲ ਦੀ ਬੰਦੂਕ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਸ ਵਾਰ ਮਿਖਾਇਲ ਨੂੰ ਆਪਣੀ ਬਣਾਈ ਬੰਦੂਕ 'ਤੇ ਪੂਰਾ ਭਰੋਸਾ ਸੀ, ਕਿਉਂਕਿ ਉਸਨੇ ਆਪਣੀ ਜ਼ਿੰਦਗੀ ਦੇ 7 ਸਾਲ ਇਸ ਬੰਦੂਕ ਨੂੰ ਬਣਾਉਣ 'ਤੇ ਲਾ ਦਿੱਤੇ ਸੀ। ਮਿਖਾਇਲ ਨੇ ਇਸ ਬੰਦੂਕ ਨੂੰ ਬਹੁਤ ਹੀ ਹਲਕੀ ਤੇ ਹਰ ਮੌਸਮ ਵਿੱਚ ਚੱਲਣ ਯੋਗ ਬਣਾ ਲਿੱਤਾ ਸੀ। ਮਿਖਾਇਲ ਬਹੁਤ ਖੁਸ਼ ਸੀ ਕਿਉਂਕਿ ਜਿਸ ਗਨ ਨੂੰ ਬਣਾਉਣ ਦਾ ਸੁਪਨਾ ਉਸਨੇ ਬਚਪਨ ਵਿੱਚ ਦੇਖਿਆ ਸੀ ਉਹ ਅੱਜ ਪੂਰਾ ਹੋ ਗਿਆ ਸੀ। ਇਸ ਵਾਰ ਮਿਖਾਇਲ ਆਪਣੀ ਬੰਦੂਕ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਕੌਨਫੀਡੈਂਟ ਸੀ ਅਤੇ ਉਸ ਨੂੰ ਇਸ ਗੱਲ ਦਾ ਯਕੀਨ ਸੀ ਕਿ ਉਹ ਇਸ ਵਾਰ ਦਾ ਕੰਪੀਟੀਸ਼ਨ ਜ਼ਰੂਰ ਜਿੱਤੇਗਾ। ਸੰਨ 1947 ਵਿੱਚ ਮਿਖਾਇਲ ਨੇ ਇੱਕ ਵਾਰ ਫਿਰ ਤੋਂ ਉਸ ਕੰਪੀਟੀਸ਼ਨ ਵਿੱਚ ਹਿੱਸਾ ਲਿਆ, ਜਿੱਥੇ 2 ਹੋਰ ਕੰਪਨੀਆਂ ਆਪਣੀਆਂ ਬੰਦੂਕਾਂ ਲੈ ਕੇ ਹਿੱਸਾ ਲੈਣ ਲਈ ਪਹੁੰਚੀਆਂ ਸਨ। ਇਸ ਕੰਪੀਟੀਸ਼ਨ ਵਿੱਚ 3 ਰਾਊਂਡ ਸੀ, ਜਿਸ ਵਿੱਚ ਪਹਿਲੇ ਰਾਊਂਡ ਵਿੱਚ ਬੰਦੂਕ ਨੂੰ ਪਾਣੀ ਵਿੱਚ ਡੁਬੋ ਕੇ ਚਲਾਇਆ ਜਾਵੇਗਾ ਤੇ ਦੂਜੇ ਰਾਊਂਡ ਵਿੱਚ ਬੰਦੂਕ ਨੂੰ ਪੂਰੀ ਤਰ੍ਹਾਂ ਰੇਤੇ ਵਿੱਚ ਪਾਇਆ ਜਾਵੇਗਾ। ਤੀਜੇ ਰਾਊਂਡ ਵਿੱਚ ਬਿਨਾਂ ਰੁਕੇ ਫਾਇਰਿੰਗ ਕਰਨੀ ਹੈ ਤੇ ਪੂਰਾ ਮੈਗਜ਼ੀਨ ਖਾਲੀ ਕਰਨਾ ਹੈ। ਜਦੋਂ ਦੂਜੀਆਂ 2 ਬੰਦੂਕਾਂ ਨੂੰ ਪਾਣੀ ਅਤੇ ਰੇਤੇ ਵਿੱਚ ਡੁਬੋ ਕੇ ਚਲਾਇਆ ਜਾਂਦਾ ਹੈ ਤਾਂ ਉਹ ਸਰਵਾਈਵ ਨਹੀਂ ਕਰ ਪਾਉਂਦੀਆਂ ਤੇ ਦੂਜੇ ਪਾਸੇ ਮਿਖਾਇਲ ਦੀ ਬਣਾਈ ਬੰਦੂਕ ਯਾਨੀ AK-47 ਹਰ ਇੱਕ ਟੈਸਟ ਵਿੱਚ ਪਾਸ ਹੋ ਜਾਂਦੀ ਹੈ ਤੇ ਮਿਖਾਇਲ ਕੰਪੀਟੀਸ਼ਨ ਜਿੱਤ ਜਾਂਦਾ ਹੈ। ਕੁਝ ਦਿਨ ਬਾਅਦ ਮਿਖਾਇਲ ਨੂੰ ਉੱਥੋਂ ਦੇ ਸੀਨੀਅਰ ਅਫਸਰ ਬੁਲਾਉਂਦੇ ਹਨ ਅਤੇ ਉਸ ਨੂੰ ਦੱਸਦੇ ਹਨ ਕਿ ਉਸ ਦੀ ਬੰਦੂਕ AK-47 ਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ ਹੈ ਅਤੇ ਮਿਖਾਇਲ ਨੂੰ ਆਪਣੇ ਨਾਲ ਜਾਣ ਲਈ ਕਹਿੰਦੇ ਹਨ। ਕਮਾਂਡਰ ਉਸ ਨੂੰ ਸੈਨਿਕਾਂ ਕੋਲ ਲੈ ਜਾਂਦੇ ਹਨ, ਜਿੱਥੇ ਹਰ ਇੱਕ ਸੈਨਿਕ ਦੇ ਹੱਥ ਵਿੱਚ ਮਿਖਾਇਲ ਦੀ ਬਣਾਈ AK-47 ਹੁੰਦੀ ਹੈ।
ਹੁਣ ਕਮਾਂਡਰ ਸਾਰੇ ਜਵਾਨਾਂ ਨੂੰ ਦੱਸਦੇ ਹਨ ਕਿ ਤੁਹਾਡੇ ਹੱਥ ਵਿੱਚ ਜੋ ਬੰਦੂਕ ਫੜੀ ਹੈ ਉਹ ਇਹ ਮੇਰੇ ਨਾਲ ਖੜੇ ਜਵਾਨ ਨੇ ਬਣਾਈ ਹੈ। ਉੱਥੇ ਖੜਾ ਹਰ ਇੱਕ ਜਵਾਨ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਮਿਖਾਈ ਇਮੋਸ਼ਨਲ ਹੋ ਜਾਂਦਾ ਹੈ ਅਤੇ ਕਮਾਂਡਰ ਉਸ ਨੂੰ ਗਲੇ ਲਾ ਲੈਂਦਾ ਹੈ। ਤਾਂ ਦੋਸਤੋ, ਇਹੀ ਸੀ ਮਿਖਾਈ ਕਲਾਸ਼ਨੀਕੋਵਾ ਦੀ AK-47 ਬਣਾਉਣ ਦੀ ਦਾਸਤਾਨ। AK-47 ਦੁਨੀਆ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਬੰਦੂਕਾਂ ਵਿੱਚੋਂ ਇੱਕ ਹੈ। 1947 ਵਿੱਚ ਇਸ ਦੀ ਪ੍ਰੋਡਕਸ਼ਨ ਹੋਣ ਕਾਰਨ ਇਸ ਨੂੰ AK-47 ਦਾ ਨਾਮ ਦਿੱਤਾ ਗਿਆ। ਦੋਸਤੋ, ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ, ਕਮੈਂਟ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।